ਬੱਚਿਓ, ਮੈਂ ਸੁਖਵਿੰਦਰ ਲਾਲ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ, ਆਪ ਜੀ ਦਾ ਅੱਜ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ। ਪਿਆਰੇ ਬੱਚਿਓ, ਅੱਜ ਆਪਾਂ ਪੜ੍ਹਨ ਜਾ ਰਹੇ ਹਾਂ 10ਵੀਂ ਜਮਾਤ ਦੇ ਪਾਠ ਅਣੁਵੰਸ਼ਿਕਤਾ ਅਤੇ ਜੀਵ ਵਿਕਾਸ ਦੇ ਕੁਝ ਮਹੱਤਵਪੂਰਨ ਪਰਿਭਾਸ਼ਾਵਾਂ ਅਤੇ ਟੌਪਿਕ। ਅਣੁਵੰਸ਼ਿਕਤਾ ਪੀੜ੍ਹੀ ਦਰ ਪੀੜ੍ਹੀ ਤੋਂ ਗੁਣਾਂ ਦਾ ਸੰਤਾਨ ਵਿੱਚ ਜਾਣਾ ਜਾਂ ਸਥਾਨਾਂਤਰਣ ਅਣੁਵੰਸ਼ਿਕਤਾ ਅਖਵਾਉਂਦਾ ਹੈ। ਹੈਰੀਡਿਟੀ transfer of characters from generation to generation is called heredity। ਅਣੁਵੰਸ਼ਿਕੀ ਵਿਗਿਆਨ ਦੀ ਉਹ ਸ਼ਾਖਾ ਜਿਸ ਵਿੱਚ ਪੀੜ੍ਹੀ ਦਰ ਪੀੜ੍ਹੀ ਤੋਂ ਸੰਤਾਨ ਵਿੱਚ ਗੁਣਾਂ ਦੇ ਸਥਾਨਾਂਤਰਣ ਦੀ ਵਿਧੀ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਅਣੁਵੰਸ਼ਿਕੀ ਆਖਦੇ ਹਨ। ਜੈਨੇਟਿਕਸ Genetics is the branch of science that studies the transfer of traits from one generation to the next। ਬੱਚਿਓ, ਆਪਾਂ ਪੜ੍ਹਦੇ ਹਾਂ ਗ੍ਰੈਗਰ ਜੌਹਨ ਮੈਂਡਲ 1822 ਤੋਂ 1884। ਬੱਚਿਓ, ਮੈਂਡਲ ਇੱਕ ਉਹ ਮਹਾਨ ਵਿਅਕਤੀ ਸੀ ਜਿਸ ਨੇ ਅਨੇਕ ਨਿਯਮਾਂ ਦੀ ਖੋਜ ਕੀਤੀ ਜੋ ਅਣੁਵੰਸ਼ਿਕਤਾ ਦਾ ਨਿਰਧਾਰਨ ਕਰਦੇ ਹਨ। ਉਸ ਨੂੰ ਅਣੁਵੰਸ਼ਿਕੀ ਦਾ ਪਿਤਾ ਵੀ ਕਹਿੰਦੇ ਹਨ। ਪਿਆਰੇ ਬੱਚਿਓ, ਇਸ ਵਿਗਿਆਨੀ ਨੇ 1856 ਤੋਂ 1863 ਤੱਕ ਆਪਣੀ ਗਾਰਡਨ ਦੇ ਵਿੱਚ ਲਗਾਏ ਹੋਏ ਮਟਰਾਂ ਦੇ ਲਗਭਗ 28,000 ਪੌਦਿਆਂ ਦੇ ਉੱਤੇ ਅਧਿਐਨ ਕੀਤਾ। ਉਸ ਨੇ ਆਪਣੇ ਅਧਿਐਨ ਤੋਂ ਇਹ ਪਤਾ ਲਗਾਇਆ ਕਿ ਮਟਰਾਂ ਦੇ ਪੌਦਿਆਂ ਦੇ ਵਿੱਚ ਜੋ ਸੰਤਾਨ ਹੈ ਉਹ ਆਪਣੇ ਮਾਪਿਆਂ ਦੇ ਗੁਣਾਂ ਨੂੰ ਧਾਰਨ ਕਰਦੀ ਹੈ। ਇਸ ਕਰਕੇ ਉਹ ਪਹਿਲਾ ਵਿਗਿਆਨੀ ਸੀ ਜਿਸ ਨੇ ਇੱਕ ਵਿਗਿਆਨਿਕ ਸੋਚ ਨਾਲ ਗੁਣਾਂ ਨੂੰ ਮਾਪਿਆਂ ਤੋਂ ਸੰਤਾਨ ਵਿੱਚ ਜਾਣ ਦਾ ਅਧਿਐਨ ਕੀਤਾ। ਇਸ ਕਰਕੇ ਇਸ ਮਹਾਨ ਵਿਗਿਆਨੀ ਨੂੰ ਜੈਨੇਟਿਕਸ ਦਾ ਪਿਤਾ ਵੀ ਆਖਿਆ ਜਾਂਦਾ ਹੈ। ਜੀਵ ਵਿਕਾਸ ਉਹ ਨਿਰੰਤਰ ਪ੍ਰਕਿਰਿਆ ਜਿਸ ਵਿੱਚ ਅੱਜ ਮੌਜੂਦ ਜੀਵਾਂ ਜਿਵੇਂ ਪੌਦੇ, ਜੰਤੂਆਂ ਦੀ ਵਿਭਿੰਨਤਾ ਪ੍ਰਾਚੀਨ ਸਮੇਂ ਵਿੱਚ ਪਾਏ ਜਾਣ ਵਾਲੇ ਬਹੁਤ ਛੋਟੇ ਪ੍ਰਕਾਰ ਦੇ ਜੀਵਾਂ ਤੋਂ ਹੋਈ ਹੈ ਨੂੰ ਜੀਵ ਵਿਕਾਸ ਆਖਦੇ ਹਨ। Evolution the continuous process in which the diversity of living beings, for example plants, animals that exist today, has evolved from very small species found in ancient times with modification is called evolution। ਵਿਭਿੰਨਤਾ ਕਿਸੇ ਜਾਤੀ ਵਿਸ਼ੇਸ਼ ਦੇ ਜੀਵਾਂ ਵਿੱਚ ਪਾਈਆਂ ਜਾਣ ਵਾਲੀਆਂ ਅਸਮਾਨਤਾਵਾਂ ਨੂੰ ਵਿਭਿੰਨਤਾ ਆਖਦੇ ਹਨ। ਉਦਾਹਰਨ ਦੇ ਤੌਰ ਦੇ ਉੱਤੇ ਚਮੜੀ ਦਾ ਰੰਗ ਜਾਂ ਉੱਚਾਈ। ਬੱਚਿਓ, ਤੁਸੀਂ ਦੇਖਿਆ ਹੋਵੇਗਾ ਕਿ ਸਾਡੀ ਕਲਾਸ ਵਿੱਚ ਹੀ ਬਹੁਤ ਸਾਰੇ ਬੱਚਿਆਂ ਦਾ ਰੰਗ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦਾ। ਇੱਥੋਂ ਤੱਕ ਸਾਡਾ ਰੰਗ ਕਈ ਵਾਰ ਆਪਣੇ ਮਾਪਿਆਂ ਨਾਲ ਵੀ ਮੇਲ ਨਹੀਂ ਖਾਂਦਾ। ਇਸ ਨੂੰ ਅਸੀਂ ਵਿਭਿੰਨਤਾ ਆਖਦੇ ਹਾਂ। Variations the differences found between the members of the same species are called variations। For example, skin color or height, etc। ਸੰਤਾਨ ਲਿੰਗੀ ਪ੍ਰਜਨਨ ਦੁਆਰਾ ਪੈਦਾ ਨਵੇਂ ਜੀਵਾਂ ਨੂੰ ਸੰਤਾਨ ਆਖਦੇ ਹਨ। Offspring the new organism
produced by sexual reproduction is called offspring. ਸਮਲਛਣੀ ਕਿਸੇ ਵੀ ਜੀਵ ਦੀ ਬਾਹਰੀ ਰਚਨਾ ਜੋ ਦਿਖਾਈ ਦਿੰਦੀ ਹੈ ਨੂੰ ਸਮਲਛਣੀ ਆਖਦੇ ਹਨ। ਉਦਾਹਰਨ ਦੇ ਤੌਰ ਤੇ ਲੰਬਾਈ, ਆਕਾਰ, ਰੰਗ ਆਦਿ। Phenotype. The physical appearance of an organism is called phenotype. For example, length, height, color, etc. ਸਮਜੀਨੀ ਕਿਸੇ ਵੀ ਜੀਵ ਦੀ ਅਣਵਾਂਛਿਕ ਰਚਨਾ ਜੋ ਦ੍ਰਿਸ਼ਟ ਵੀ ਹੋ ਸਕਦੀ ਹੈ ਅਤੇ ਨਹੀਂ ਵੀ ਨੂੰ ਸਮਜੀਨੀ ਆਖਦੇ ਹਨ। ਉਦਾਹਰਨ ਦੇ ਤੌਰ ਤੇ ਲੰਬਾਈ ਨੂੰ ਮਾਪਣ ਵਾਲੇ ਜੀਨ ਕੈਪੀਟਲ ਟੀ ਜਾਂ ਕੈਪੀਟਲ ਟੀ ਸਮਾਲ ਟੀ ਇੱਕ ਸਮਜੀਨੀ ਦੀਆਂ ਉਦਾਹਰਨਾਂ ਹਨ। ਜੀਨੋਟਾਈਪ the genetic makeup of an organism that may or may not be visible is called genotype. For example, capital T, small t are the genes for length in plants. ਸਮਯੁਗਮਜੀ ਅਵਸਥਾ ਉਹ ਸਥਿਤੀ ਜਿਸ ਵਿੱਚ ਕਿਸੇ ਲੱਛਣ ਦਾ ਨਿਰਧਾਰਨ ਕਰਨ ਵਾਲੇ ਦੋਵੇਂ ਜੀਨ ਸਮਾਨ ਹੋਣ ਨੂੰ ਸਮਯੁਗਮਜੀ ਅਵਸਥਾ ਆਖਦੇ ਹਨ। ਉਦਾਹਰਨ ਦੇ ਤੌਰ ਤੇ ਪੌਦੇ ਦੀ ਉਚਾਈ ਲਈ ਕੈਪੀਟਲ ਟੀ ਜਾਂ ਸਮਾਲ ਟੀ ਇੱਕ ਸਮਯੁਗਮਜੀ ਅਵਸਥਾ ਦੀਆਂ ਉਦਾਹਰਨਾਂ ਹਨ। Homozygous condition. The condition in which the two genes that determine a trait are similar is called the homozygous state. For example, capital T or small t for plant height. ਵਿਖਮ ਯੁਗਮਜੀ ਅਵਸਥਾ ਉਹ ਸਥਿਤੀ ਜਿਸ ਵਿੱਚ ਕਿਸੇ ਲੱਛਣ ਦਾ ਨਿਰਧਾਰਨ ਕਰਨ ਵਾਲੇ ਦੋਵੇਂ ਜੀਨ ਆਸਮਾਨ ਹੋਣ ਵਿਖਮ ਯੁਗਮਜੀ ਅਵਸਥਾ ਆਖਦੇ ਹਨ। ਉਦਾਹਰਨ ਦੇ ਲਈ ਪੌਦੇ ਦੀ ਉਚਾਈ ਲਈ ਕੈਪੀਟਲ ਟੀ ਸਮਾਲ ਟੀ। heterozygous condition. The condition in which the two genes that determine a trait are dissimilar is called the heterozygous state. For example, capital T small t for plant height is heterozygous condition. Gene DNA ਦਾ ਇੱਕ ਭਾਗ ਜੋ ਕਿਸੇ ਵਿਸ਼ੇਸ਼ ਗੁਣ ਨੂੰ ਨਿਰਧਾਰਿਤ ਕਰਦਾ ਹੈ ਅਤੇ ਅਣੁਵੰਸ਼ਿਕਤਾ ਦੀ ਇਕਾਈ ਹੈ ਨੂੰ ਜੀਨ ਆਖਦੇ ਹਨ। Gene, a segment of DNA which controls a particular character and act as unit of inheritance is called as gene. Allele. ਇੱਕ ਹੀ ਜੀਨ ਦੇ ਵੱਖ ਰੂਪ ਨੂੰ ਐਲੀਲ ਆਖਦੇ ਹਨ। ਜਿਵੇਂ ਕੈਪੀਟਲ ਟੀ ਅਤੇ ਸਮਾਲ ਟੀ ਦੋ ਅਲੀਲ ਹਨ। ਐਲੀਲ alternative form of gene is called an allele. For example, capital T and small t are alleles. ਅਣੁਵੰਸ਼ਿਕ ਵਿਚਲਨ ਕਿਸੇ ਜਨਸੰਖਿਆ ਵਿਸ਼ੇਸ਼ ਤੋਂ ਕੁਝ ਜੀਨਾਂ ਦੇ ਲੁਪਤ ਜਾਂ ਸਮਾਪਤ ਹੋਣ ਦੀ ਕਿਰਿਆ ਜਦੋਂ ਕਿਸੇ ਸਥਾਨ ਦੀ ਜਨਸੰਖਿਆ ਕੁਦਰਤੀ ਵਿਨਾਸ਼ ਦੇ ਕਾਰਨ ਮਰ ਜਾਂਦੀ ਹੈ ਜਾਂ ਕਿਤੇ ਚਲੇ ਜਾਂਦੀ ਹੈ ਨੂੰ
ਅਣੁਵੰਸ਼ਕੀ ਵਿਚਲਨ ਆਖਦੇ ਹਨ। ਜੈਨੇਟਿਕ ਡ੍ਰਿਫਟ, the act of extinction or extinction of certain genes from a particular population when a place's population dies or goes away due to natural disasters is called genetic drift. Speciation, ਵਿਕਾਸ ਦੀ ਪ੍ਰਕਿਰਿਆ ਦੁਆਰਾ ਵਰਤਮਾਨ ਸਪੀਸ਼ੀਜ਼ ਤੋਂ ਨਵੀਂ ਸਪੀਸ਼ੀਜ਼ ਦੇ ਬਣਨ ਦੀ ਕਿਰਿਆ ਨੂੰ ਸਪੀਸੀਏਸ਼ਨ ਆਖਦੇ ਹਨ। The process of formation of new species from pre-existing species is called speciation. ਪ੍ਰਭਾਵੀ ਲੱਛਣ, ਉਹ ਲੱਛਣ ਜੋ ਵਿਖਮ ਅਵਸਥਾ ਵਿੱਚ ਆਪਣੇ ਆਪ ਨੂੰ ਪ੍ਰਗਟ ਜਾਂ ਪ੍ਰਦਰਸ਼ਿਤ ਕਰਦੇ ਹਨ, ਪ੍ਰਭਾਵੀ ਲੱਛਣ ਅਖਵਾਉਂਦੇ ਹਨ। ਉਦਾਹਰਨ ਵਜੋਂ ਲੰਬਾਈ ਵਾਲਾ ਜੀਨ। ਡੋਮੀਨੈਂਟ ਟ੍ਰੇਟ, the gene which expresses himself in heterozygous condition is called dominant gene or character. For example, gene of tallness is a dominant gene. ਅਪ੍ਰਭਾਵੀ ਲੱਛਣ ਜਾਂ ਜੀਨ, ਉਹ ਲੱਛਣ ਜੋ ਪ੍ਰਤੀਕੂਲ ਅਵਸਥਾ ਵਿੱਚ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ ਜਾਂ ਆਪਣੇ ਪ੍ਰਭਾਵੀ ਲੱਛਣ ਦੀ ਮੌਜੂਦਗੀ ਵਿੱਚ ਪ੍ਰਗਟ ਨਹੀਂ ਹੁੰਦੇ, ਅਪ੍ਰਭਾਵੀ ਲੱਛਣ ਜਾਂ ਜੀਨ ਅਖਵਾਉਂਦੇ ਹਨ। ਉਦਾਹਰਨ ਦੇ ਵਜੋਂ ਬੌਣੇਪਨ ਦਾ ਜੀਨ, ਇਹ ਆਪਣੇ ਨਾਲ ਪ੍ਰਭਾਵੀ ਜੀਨ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਦਰਸਾ ਨਹੀਂ ਸਕਦਾ, ਅਰਥਾਤ ਇਹ ਅਪ੍ਰਭਾਵੀ ਜੀਨ ਹੈ। Recessive trait, the trait or gene which is not expressed in heterozygous condition or in the presence of dominant gene is called recessive gene or trait. For example, gene of dwarfness which is not expressed in the presence of dominant gene, that is gene for tallness. ਸਮਜਾਤ ਲੱਛਣ ਜਾਂ ਅੰਗ, ਉਹ ਲੱਛਣ ਜਾਂ ਅੰਗ ਜਿਨ੍ਹਾਂ ਦੀ ਉਤਪਤੀ ਅਤੇ ਸੰਰਚਨਾ ਤਾਂ ਸਮਾਨ ਹੋਵੇ ਪਰ ਉਹਨਾਂ ਦੇ ਕੰਮ ਭਿੰਨ ਹੋਣ, ਭਾਵ ਅਲੱਗ ਹੋਣ, ਸਮਜਾਤ ਅੰਗ ਜਾਂ ਲੱਛਣ ਅਖਵਾਉਂਦੇ ਹਨ। ਜਿਵੇਂ ਕਿ ਤੁਸੀਂ ਨਾਲ ਵਾਲੇ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਡੱਡੂ, ਛਿਪਕਲੀ, ਪੰਛੀ ਅਤੇ ਮਨੁੱਖ ਦੀਆਂ ਅਗਲੀਆਂ ਭੁਜਾਵਾਂ ਦਿਖਾਈਆਂ ਗਈਆਂ ਹਨ। ਬੱਚਿਓ, ਇਹਨਾਂ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਨਾਂ ਦੀ ਬਣਤਰ ਤਾਂ ਇੱਕ ਸਮਾਨ ਹੈ, ਪਰੰਤੂ ਬੱਚਿਓ ਡੱਡੂ ਦੀਆਂ ਲੱਤਾਂ ਟਪੂਸੀਆਂ ਲਗਾਉਣ ਦੇ ਲਈ, ਛਿਪਕਲੀ ਦੀਆਂ ਲੱਤਾਂ ਕੰਧਾਂ ਉੱਪਰ ਚੜ੍ਹਨ ਅਤੇ ਦੌੜਨ ਦੇ ਲਈ, ਪੰਛੀਆਂ ਦੀਆਂ ਅਗਲੀਆਂ ਲੱਤਾਂ ਖੰਭ ਉੜਨ ਦੇ ਲਈ ਅਤੇ ਮਨੁੱਖ ਦੇ ਹੱਥ ਫੜਨ ਦੇ ਲਈ ਵਿਕਸਿਤ ਹੋਏ ਹਨ। ਅਰਥਾਤ ਇਹ ਸਾਰੇ ਸਮਜਾਤ ਲੱਛਣ ਜਾਂ ਅੰਗਾਂ ਦੀਆਂ ਉਦਾਹਰਨਾਂ ਹਨ। Homologous characteristics or organs, the characters or organs which have same origin and similar structure but perform different functions are called homologous organs. As shown in the given figure, the four limbs of frog, lizard, bird, and humans. These all have the similar structure
but perform different functions and hence are homologous organs। ਸਮਰੂਪ ਲੱਛਣ ਜਾਂ ਅੰਗ ਉਹ ਲੱਛਣ ਜਾਂ ਅੰਗ ਜਿਨ੍ਹਾਂ ਦੀ ਉਤਪਤੀ ਅਤੇ ਰਚਨਾ ਤਾਂ ਭਿੰਨ ਹੋਵੇ ਪਰ ਕੰਮ ਸਮਾਨ ਹੋਣ ਸਮਜਾਤ ਲੱਛਣ ਜਾਂ ਅੰਗ ਅਖਵਾਉਂਦੇ ਹਨ। ਉਦਾਹਰਨ ਦੇ ਤੌਰ ਤੇ ਚਮਗਾਦੜ ਦੇ ਖੰਭ ਅਤੇ ਪੰਛੀਆਂ ਦੇ ਖੰਭ ਜਿਵੇਂ ਕਿ ਚਿੱਤਰ ਵਿੱਚ ਵਿਖਾਏ ਗਏ ਹਨ। ਪਿਆਰੇ ਬੱਚਿਓ, ਇਹਨਾਂ ਦੋਨਾਂ ਦੇ ਖੰਭਾਂ ਦਾ ਮੁੱਖ ਕਾਰਜ ਹੈ ਉੜਨਾ, ਪਰੰਤੂ ਚਮਗਾਦੜ ਦੇ ਜੋ ਖੰਭ ਹੁੰਦੇ ਹਨ ਉਹਨਾਂ ਦੇ ਆਲੇ ਦੁਆਲੇ ਉਸ ਦੀ ਮਾਸ ਦੀ ਝਿੱਲੀ ਹੁੰਦੀ ਹੈ ਜੋ ਕਿ ਪੰਛੀਆਂ ਦੇ ਖੰਭਾਂ ਨਾਲੋਂ ਬਿਲਕੁਲ ਭਿੰਨ ਹੁੰਦੀ ਹੈ। ਇਸੇ ਤਰ੍ਹਾਂ ਬੱਚਿਓ, ਤੁਸੀਂ ਆਪਣਾ ਰੋਜ਼ਾਨਾ ਲਾਈਫ ਦੇ ਵਿੱਚ ਵੀ ਦੇਖਿਆ ਹੋਵੇਗਾ ਕਿ ਮੱਖੀਆਂ ਦੇ ਖੰਭ ਅਤੇ ਪੰਛੀਆਂ ਦੇ ਖੰਭ ਦਾ ਮੁੱਖ ਕਾਰਜ ਉੜਨਾ ਹੁੰਦਾ ਹੈ, ਪਰੰਤੂ ਇਹਨਾਂ ਦੀ ਬਣਤਰ ਬਿਲਕੁਲ ਇੱਕ ਦੂਜੇ ਤੋਂ ਭਿੰਨ ਹੈ। ਅਰਥਾਤ ਮੱਖੀਆਂ ਦੇ ਖੰਭ ਅਤੇ ਪੰਛੀਆਂ ਦੇ ਖੰਭ ਵੀ ਸਮਰੂਪ ਅੰਗਾਂ ਦੀ ਇੱਕ ਉਦਾਹਰਨ ਹੈ। Analogous characteristics or organs. The characteristics or organs which have different origin and structure but perform same functions are called as analogous organs. For example, the patagia of bat and feathers of birds have different structures but perform the same function, that is flying, and hence are analogous organs. ਅਵਸ਼ੇਸ਼ੀ ਅੰਗ means vestigial organs। ਕੁਝ ਪੌਦਿਆਂ ਅਤੇ ਜੰਤੂਆਂ ਵਿੱਚ ਅਜਿਹੇ ਅੰਗ ਪਾਏ ਜਾਂਦੇ ਹਨ ਜੋ ਕਾਰਜ ਰਹਿਤ ਅਤੇ ਅਵਸ਼ੇਸ਼ਾਂ ਦੇ ਰੂਪ ਵਿੱਚ ਪਾਏ ਜਾਂਦੇ ਹਨ। ਇਹਨਾਂ ਨੂੰ ਅਵਸ਼ੇਸ਼ੀ ਅੰਗ ਕਹਿੰਦੇ ਹਨ। ਅਵਸ਼ੇਸ਼ੀ ਅੰਗਾਂ ਦਾ ਵਰਤਮਾਨ ਵਿੱਚ ਜੀਵਾਂ ਲਈ ਕੋਈ ਵਿਸ਼ੇਸ਼ ਯੋਗਦਾਨ ਨਹੀਂ ਹੁੰਦਾ, ਸਗੋਂ ਇਹ ਅੰਗ ਬਾਕੀ ਅੰਗਾਂ ਦੇ ਸਮਾਨ ਹੁੰਦੇ ਹਨ, ਪਰ ਇਹੀ ਅੰਗ ਕਿਸੇ ਸਮੇਂ ਜੀਵਾਂ ਵਿੱਚ ਕਿਰਿਆਸ਼ੀਲ ਹੁੰਦੇ ਸਨ। ਜਿਵੇਂ ਮਨੁੱਖ ਵਿੱਚ ਕਿਰਮੀ ਰੂਪ ਪਰਿਸ਼ੇਸ਼ਿਕਾ means vermiform appendix, ਮਨੁੱਖ ਦਾ ਨਿਮੇਚਕ ਪਟਲ means nictitating membrane, ਬਾਹਰੀ ਕੰਨ ਦੀਆਂ ਪੇਸ਼ੀਆਂ, ਪੂਛ, ਰੀੜ੍ਹਧਾਰੀ ਆਦਿ ਅਵਸ਼ੇਸ਼ੀ ਅੰਗ ਦੀਆਂ ਉਦਾਹਰਨਾਂ ਹਨ। ਬੱਚਿਓ, ਆਪਾਂ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ, ਮਨੁੱਖਾਂ ਵਿੱਚ ਲਿੰਗ ਨਿਰਧਾਰਨ means sex determination in humans। ਪਿਆਰੇ ਬੱਚਿਓ, ਹਰੇਕ ਮਨੁੱਖ ਸੈੱਲ ਵਿੱਚ 46 ਗੁਣਸੂਤਰ ਹੁੰਦੇ ਹਨ। 46 ਵਿੱਚੋਂ 44 ਅਲਿੰਗੀ ਸੂਤਰੀ ਅਤੇ 2 ਲਿੰਗ ਸੂਤਰੀ ਗੁਣਸੂਤਰ ਹੁੰਦੇ ਹਨ। ਇਹ 2 ਗੁਣਸੂਤਰ ਮਨੁੱਖੀ ਮਾਦਾ ਵਿੱਚ ਸਮਾਨ ਹੁੰਦੇ ਹਨ, ਜਿਨ੍ਹਾਂ ਨੂੰ XX ਨਾਲ ਲਿਖਿਆ ਜਾਂਦਾ ਹੈ। ਮਨੁੱਖ ਨਰ ਵਿੱਚ 2 ਲਿੰਗ ਸੂਤਰੀ ਅਸਮਾਨ ਹੁੰਦੇ ਹਨ, ਜਿਨ੍ਹਾਂ ਨੂੰ XY ਲਿਖਿਆ ਜਾਂਦਾ ਹੈ। ਮਾਦਾ ਵਿੱਚ Y ਗੁਣਸੂਤਰ ਨਹੀਂ ਪਾਇਆ ਜਾਂਦਾ। ਨਰ ਅਤੇ ਮਾਦਾ ਦੇ ਯੁਗਮਕਾਂ ਦੁਆਰਾ ਜੋ ਬੱਚੇ ਪੈਦਾ ਕੀਤੇ ਜਾਂਦੇ ਹਨ, ਉਹਨਾਂ ਵਿੱਚ XX ਅਤੇ XY ਗੁਣਸੂਤਰਾਂ ਦੇ ਜੋੜੇ ਸਥਾਨਾਂਤਰਿਤ ਹੁੰਦੇ ਹਨ। ਜਿਸ ਬੱਚੇ ਵਿੱਚ XX ਗੁਣਸੂਤਰ ਦਾ ਲਿੰਗੀ ਗੁਣਸੂਤਰ ਜੋੜਾ ਪਾਇਆ ਜਾਵੇਗਾ, ਉਹ ਲੜਕੀ ਹੋਵੇਗੀ, ਜਦ ਕਿ XY ਲਿੰਗੀ ਗੁਣਸੂਤਰ ਜੋੜੇ ਵਾਲਾ ਸ਼ਿਸ਼ੂ ਲੜਕਾ ਹੋਵੇਗਾ।
ਇਸ ਤਰ੍ਹਾਂ ਮੁੰਡਾ ਜਾਂ ਕੁੜੀ ਦੇ ਲਿੰਗ ਨਿਰਧਾਰਨ ਐਕਸ ਬਾਈ ਲਿੰਗੀ ਗੁਣਸੂਤਰ ਦੇ ਜੋੜੇ ਤੇ ਨਿਰਭਰ ਕਰਦਾ ਹੈ। ਮਾਦਾ ਵਿੱਚ ਲੜਕੇ ਅਰਥਾਤ ਨਰ ਦੇ ਗੁਣਸੂਤਰ ਨਹੀਂ ਪਾਏ ਜਾਂਦੇ। ਬੱਚਿਓ, ਤੁਸੀਂ ਨਾਲ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਨਰ ਦੋ ਕਿਸਮ ਦੇ ਸ਼ੁਕਰਾਣੂ ਪੈਦਾ ਕਰ ਸਕਦਾ ਹੈ, ਐਕਸ ਅਤੇ ਵਾਈ, ਜਦਕਿ ਮਾਦਾ ਸਿਰਫ ਇੱਕੋ ਕਿਸਮ ਦੇ ਆਂਡੇ ਪੈਦਾ ਕਰ ਸਕਦੀ ਹੈ, ਭਾਵ ਐਕਸ। ਜੇਕਰ ਨਰ ਦੇ ਐਕਸ ਯੁਗਮਕ ਮਾਦਾ ਦੇ ਅੰਡੇ ਨਾਲ ਸੰਯੋਜਿਤ ਹੁੰਦੇ ਹਨ ਤਾਂ ਯੁਗਮਕ ਦੇ ਵਿੱਚ XX ਗੁਣਸੂਤਰ ਹੋਣਗੇ, ਭਾਵ ਹੋਣ ਵਾਲਾ ਸ਼ਿਸ਼ੂ ਮਾਦਾ ਹੋਵੇਗਾ। ਪਰੰਤੂ ਜੇਕਰ Y ਵਾਲਾ ਸ਼ੁਕਰਾਣੂ X ਨਾਲ ਮਿਲਦਾ ਹੈ ਤਾਂ ਉਸ ਹੋਣ ਵਾਲੇ ਸ਼ਿਸ਼ੂ ਵਿੱਚ XY ਗੁਣਸੂਤਰ ਹੋਣਗੇ, ਅਰਥਾਤ ਪੈਦਾ ਹੋਣ ਵਾਲਾ ਸ਼ਿਸ਼ੂ ਲੜਕਾ ਹੋਵੇਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ ਹੋਵੇਗੀ, ਇਸ ਦੀ ਜ਼ਿੰਮੇਵਾਰੀ ਉਸ ਦੇ ਪਿਤਾ ਤੇ ਹੈ, ਨਾ ਕਿ ਮਾਤਾ ਤੇ। ਭਾਵ ਸਾਨੂੰ ਔਰਤਾਂ ਨੂੰ ਉਹਨਾਂ ਦੇ ਲੜਕੀਆਂ ਹੋਣ ਦਾ ਦੋਸ਼ ਨਹੀਂ ਲਗਾਉਣਾ ਚਾਹੀਦਾ, ਕਿਉਂਕਿ ਲੜਕਾ ਜਾਂ ਲੜਕੀ ਉਸ ਦੇ ਪਿਤਾ ਤੇ ਨਿਰਭਰ ਕਰਦਾ ਹੈ, ਨਾ ਕਿ ਉਸ ਦੀ ਮਾਂ ਉੱਪਰ। ਆਓ ਬੱਚਿਓ, ਆਪਾਂ ਇੱਕ ਹੋਰ ਮਹੱਤਵਪੂਰਨ ਟੌਪਿਕ ਬਾਰੇ ਸਮਝਦੇ ਹਾਂ। ਡਾਰਵਿਨਵਾਦ ਮੀਨਸ ਡਾਰਵਿਨਿਜ਼ਮ। ਚਾਰਲਸ ਰਾਬਰਟ ਡਾਰਵਿਨ 1809 ਤੋਂ 1882 ਨੇ ਵਿਕਾਸਵਾਦ ਦੇ ਸਿਧਾਂਤ ਦੀ ਵਿਆਖਿਆ ਆਪਣੀ ਪ੍ਰਸਿੱਧ ਪੁਸਤਕ ਜਾਤੀਆਂ ਦੀ ਉਤਪਤੀ ਮੀਨਸ ਦ ਓਰੀਜਨ ਆਫ ਸਪੀਸ਼ੀਜ਼ ਵਿੱਚ ਕੀਤੀ। ਇਸ ਸਿਧਾਂਤ ਨੂੰ ਕੁਦਰਤੀ ਚੋਣ ਦਾ ਸਿਧਾਂਤ ਮੀਨਸ ਦ ਥਿਊਰੀ ਆਫ ਨੈਚੁਰਲ ਸਿਲੈਕਸ਼ਨ ਕਿਹਾ ਜਾਂਦਾ ਹੈ। ਡਾਰਵਿਨ ਜੀਵ ਵਿਕਾਸਵਾਦ ਦਾ ਪਿਤਾ ਮੰਨਿਆ ਜਾਂਦਾ ਹੈ। ਇਸ ਦੇ ਸਿਧਾਂਤ ਨੂੰ ਕੁਦਰਤੀ ਚੋਣਵਾਦ ਦਾ ਸਿਧਾਂਤ ਵੀ ਕਹਿੰਦੇ ਹਨ। ਡਾਰਵਿਨ ਨੇ ਇਹ ਸਿਧਾਂਤ ਸੰਨ 1859 ਵਿੱਚ ਦਿੱਤਾ। ਡਾਰਵਿਨਵਾਦ ਦਾ ਸੰਖੇਪ ਵਿੱਚ ਵਰਣਨ ਹੇਠ ਲਿਖੇ ਅਨੁਸਾਰ ਹੈ। ਸਭ ਤੋਂ ਪਹਿਲਾਂ ਵਧੇਰੇ ਸੰਤਾਨ ਦੀ ਉਤਪਤੀ। ਸਾਰੇ ਜੀਵ ਆਪਣੇ ਜੀਵਨ ਕਾਲ ਵਿੱਚ ਵਧੇਰੇ ਸੰਤਾਨ ਨੂੰ ਜਨਮ ਦਿੰਦੇ ਹਨ, ਪਰ ਉਹਨਾਂ ਦੀ ਸੰਖਿਆ ਫਿਰ ਵੀ ਸੀਮਤ ਰਹਿੰਦੀ ਹੈ। ਉਦਾਹਰਨ ਦੇ ਲਈ ਪੈਰਾਮੀਸ਼ੀਅਮ ਦੀ 48 ਘੰਟੇ ਵਿੱਚ 3 ਵਾਰ ਵੰਡ ਹੁੰਦੀ ਹੈ। ਜੇਕਰ ਉਹ ਸਾਰੇ ਜਿਉਂਦੇ ਰਹਿਣ ਤਾਂ 1 ਸਾਲ ਦੇ ਅੰਤ ਵਿੱਚ ਇਹਨਾਂ ਸਾਰੇ ਜੀਵਾਂ ਦੇ ਆਕਾਰ ਦਾ ਪਰਿਮਾਣ ਧਰਤੀ ਦੇ ਨਾਲੋਂ ਵੱਡਾ ਹੋ ਸਕਦਾ ਹੈ। ਦੂਸਰਾ, ਜੀਵਨ ਲਈ ਸੰਘਰਸ਼। ਧਰਤੀ ਉੱਤੇ ਸਥਾਨ ਭਾਵ ਆਵਾਸ ਅਤੇ ਭੋਜਨ ਦੀ ਮਾਤਰਾ ਸੀਮਤ ਹੈ। ਜੀਵ ਬੜੀ ਤੇਜ਼ੀ ਨਾਲ ਆਪਣੀ ਸੰਖਿਆ ਵਧਾ ਰਹੇ ਹਨ। ਜੀਵਾਂ ਦੇ ਵਿੱਚ ਸਥਾਨ, ਭੋਜਨ ਅਤੇ ਹੋਰ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਇਸ ਸੰਘਰਸ਼ ਵਿੱਚ ਕੁਝ ਹੀ ਜੀਵ ਆਪਣੀ ਹੋਂਦ ਬਣਾਏ ਰੱਖਣ ਵਿੱਚ ਸਫਲ ਹੁੰਦੇ ਹਨ। ਇਸੇ ਤਰ੍ਹਾਂ ਜੀਵਾਂ ਦੀ ਸੰਖਿਆ ਵਿੱਚ ਸੀਮਤ ਸੀਮਾ ਦੇ ਅੰਦਰ ਰਹਿੰਦੀ ਹੈ। ਤੀਸਰਾ, ਕੁਦਰਤੀ ਚੋਣ। ਜੀਵਨ ਦੇ ਸੰਘਰਸ਼ ਵਿੱਚ ਸਿਰਫ ਸਭ ਤੋਂ ਯੋਗ ਜੀਵ ਹੀ ਜਿਉਂਦੇ ਰਹਿੰਦੇ ਹਨ, ਭਾਵ ਕੁਦਰਤ ਯੋਗ ਜੀਵਾਂ ਦੀ ਹੀ ਚੋਣ ਕਰਦੀ ਹੈ। ਬਾਕੀ ਸਾਰੇ ਜੀਵ
ਨਸ਼ਟ ਹੋ ਜਾਂਦੇ ਹਨ। ਜੋ ਜੀਵ ਜਿਉਂਦੇ ਰਹਿੰਦੇ ਹਨ ਉਹ ਵਰਤਮਾਨ ਦੀਆਂ ਪ੍ਰਸਥਿਤੀਆਂ ਨਾਲ ਮੁਕਾਬਲਾ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਯੋਗ ਜੀਵ ਹੀ ਕੁਦਰਤ ਚੋਣ ਕਰਦੀ ਹੈ। ਇਸ ਚੋਣ ਨੂੰ ਹਰਬਰਟ ਸਪੈਂਸਰ ਨੇ ਯੋਗ ਜੀਵਾਂ ਦਾ ਜਿਉਂਦੇ ਰਹਿਣ ਦਾ ਨਾਂ ਦਿੱਤਾ ਹੈ। ਵਿਭਿੰਨਤਾਵਾਂ। ਧਰਤੀ ਉੱਤੇ ਜਿੰਨੇ ਵੀ ਜੀਵ ਹਨ ਉਹਨਾਂ ਸਾਰਿਆਂ ਦੇ ਜੀਵਨ ਦੇ ਗੁਣ ਧਰਮ ਵੱਖ-ਵੱਖ ਹੁੰਦੇ ਹਨ। ਸਮਰੂਪੀ ਜੋੜੇ ਨੂੰ ਛੱਡ ਕੇ ਬਾਕੀ ਕੋਈ ਵੀ ਜੀਵ ਸ਼ਕਲ ਅਤੇ ਸਰੀਰਕ ਸੰਰਚਨਾ ਵਿੱਚ ਆਪਸ ਵਿੱਚ ਨਹੀਂ ਮਿਲਦੇ। ਇਹਨਾਂ ਨੂੰ ਵਿਭਿੰਨਤਾਵਾਂ ਕਹਿੰਦੇ ਹਨ। ਇਹਨਾਂ ਵਿੱਚੋਂ ਲਾਭਦਾਇਕ ਵਿਭਿੰਨਤਾਵਾਂ ਦੇ ਕਾਰਨ ਹੀ ਜੀਵ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਸਾਰ ਢਾਲ ਲੈਂਦਾ ਹੈ। ਇਹ ਵਿਭਿੰਨਤਾਵਾਂ ਜੀਵਨ ਸੰਘਰਸ਼ ਦੇ ਕਾਰਨ ਪੈਦਾ ਹੁੰਦੀਆਂ ਹਨ। ਡਾਰਵਿਨ ਨੇ ਕਿਹਾ ਹੈ ਕਿ ਇਹ ਵਿਭਿੰਨਤਾਵਾਂ ਜੀਵਾਂ ਵਿੱਚ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿੱਚ ਜਾਂਦੀਆਂ ਹਨ ਜੋ ਵਧੇਰੇ ਅਨੁਕੂਲ ਬਣਾਉਂਦੀਆਂ ਹਨ ਅਤੇ ਗੈਰ ਜ਼ਰੂਰੀ ਵਿਭਿੰਨਤਾਵਾਂ ਜੀਵ ਦੇ ਜੀਵਨ ਵਿੱਚ ਹੀ ਨਸ਼ਟ ਹੋ ਜਾਂਦੀਆਂ ਹਨ। ਨਵੀਂ ਜਾਤੀ ਦਾ ਬਣਨਾ। ਡਾਰਵਿਨ ਨੇ ਦੱਸਿਆ ਕਿ ਅਨੁਕੂਲ ਅਤੇ ਲਾਭਦਾਇਕ ਵਿਭਿੰਨਤਾਵਾਂ ਦੇ ਕਾਰਨ ਹੀ ਜੀਵ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਸਫਲਤਾਪੂਰਵਕ ਢਾਲਣ ਦੇ ਯੋਗ ਹੁੰਦਾ ਹੈ ਅਤੇ ਇਹੀ ਵਿਭਿੰਨਤਾਵਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਸਥਾਨਾਂਤਰਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਅਨੇਕਾਂ ਵਿਭਿੰਨਤਾਵਾਂ ਇੱਕ ਹੀ ਪੀੜ੍ਹੀ ਦੇ ਅੰਦਰ ਇਕੱਠੀਆਂ ਹੋ ਜਾਂਦੀਆਂ ਹਨ। ਫਲਸਰੂਪ ਇੱਕ ਨਵੀਂ ਜਾਤੀ ਦਾ ਜਨਮ ਹੁੰਦਾ ਹੈ। ਇਸ ਨੂੰ ਹੀ ਡਾਰਵਿਨ ਨੇ ਓਰੀਜਨ ਆਫ ਸਪੀਸੀਜ਼ ਕਿਹਾ। ਇਸ ਤਰ੍ਹਾਂ ਨਵੇਂ ਗੁਣਾਂ ਵਾਲਾ ਜੀਵ ਹੋਂਦ ਵਿੱਚ ਆਉਂਦਾ ਹੈ ਅਤੇ ਇਹ ਕ੍ਰਮ ਹਰ ਸਮੇਂ ਚੱਲਦਾ ਰਹਿੰਦਾ ਹੈ ਅਤੇ ਇਸ ਤਰ੍ਹਾਂ ਨਵੇਂ ਜੀਵਾਂ ਦੀ ਸਿਰਜਣਾ ਹੁੰਦੀ ਹੈ।